हाँ जी मेरे प्यारे विद्यार्थियों, ਅੱਜ ਆਪਾਂ ਗੱਲ ਕਰ ਰਹੇ ਹਾਂ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਸ਼ਾਮਿਲ ਚੈਪਟਰ ਪੰਜਾਬ ਦੇ ਮੇਲੇ ਤੇ ਤਿਉਹਾਰ। ਪੰਜਾਬ ਦੇ ਮੇਲੇ ਤੇ ਤਿਉਹਾਰ ਚੈਪਟਰ ਡਾਕਟਰ S.S. ਵਣਜਾਰਾ ਬੇਦੀ ਦੀ ਰਚਨਾ ਹੈ। ਅੱਜ ਆਪਾਂ ਉਹਨਾਂ ਦੇ ਚੈਪਟਰ ਵਿੱਚ ਕੁਝ ਜਿਹੜੇ ਸ਼ਾਰਟ ਕੁਐਸਚਨ ਨੇ ਉਹਨਾਂ ਦੀ ਗੱਲ ਕਰਾਂਗੇ। ਪਹਿਲਾ ਪ੍ਰਸ਼ਨ ਬਣਦਾ ਹੈ, ਲਾਜ਼ਮੀ ਪੰਜਾਬੀ 12ਵੀਂ ਨਾਂ ਦੀ ਪੁਸਤਕ ਵਿੱਚ ਦਰਜ ਲੇਖ ਪੰਜਾਬ ਦੇ ਮੇਲੇ ਤੇ ਤਿਉਹਾਰ ਕਿਸ ਦੀ ਰਚਨਾ ਹੈ? ਤਾਂ ਇਹ ਹੈ ਡਾਕਟਰ S.S. ਵਣਜਾਰਾ ਬੇਦੀ ਦੀ। ਡਾਕਟਰ S.S. ਵਣਜਾਰਾ ਬੇਦੀ ਦਾ ਲੇਖ ਕਿਹੜਾ ਹੈ? ਮਤਲਬ ਕਿ ਕੁਐਸਚਨ ਨੂੰ ਘੁਮਾ ਫਿਰਾ ਕੇ ਵੀ ਪੁੱਛਿਆ ਜਾ ਸਕਦਾ ਹੈ। ਤਾਂ ਉਹਨਾਂ ਦੀ ਜਿਹੜੀ ਰਚਨਾ ਹੈ ਉਹ ਤੁਹਾਨੂੰ ਪਤਾ ਹੀ ਹੈ, ਪੰਜਾਬ ਦੇ ਮੇਲੇ ਤੇ ਤਿਉਹਾਰ। ਅਗਲਾ ਕੁਐਸਚਨ ਹੈ, ਡਾਕਟਰ S.S. ਵਣਜਾਰਾ ਬੇਦੀ ਦਾ ਜਨਮ ਕਦੋਂ ਹੋਇਆ? ਤਾਂ ਇਹ ਹੈ 28 ਨਵੰਬਰ 1924 ਈਸਵੀ ਨੂੰ। ਅਗਲਾ ਪ੍ਰਸ਼ਨ ਹੈ, ਡਾਕਟਰ S.S. ਵਣਜਾਰਾ ਬੇਦੀ ਦਾ ਜਨਮ ਕਿੱਥੇ ਹੋਇਆ? ਤਾਂ ਉਹਨਾਂ ਦਾ ਜਨਮ ਸਿਆਲਕੋਟ ਵਿੱਚ ਪਾਕਿਸਤਾਨ ਦੇ ਵਿੱਚ ਹੋਇਆ। ਅਗਲਾ ਕੁਐਸਚਨ ਹੈ, ਡਾਕਟਰ S.S. ਵਣਜਾਰਾ ਬੇਦੀ ਦਾ ਦੇਹਾਂਤ ਕਦੋਂ ਹੋਇਆ? ਤਾਂ ਉਹਨਾਂ ਦੀ ਜਿਹੜੀ ਡੈਥ ਹੈ ਉਹ 2001 ਈਸਵੀ ਦੇ ਵਿੱਚ ਹੋਈ। ਅਗਲਾ ਪ੍ਰਸ਼ਨ ਹੈ, ਡਾਕਟਰ S.S. ਵਣਜਾਰਾ ਬੇਦੀ ਦੇ ਪਿਤਾ ਜੀ ਦਾ ਕੀ ਨਾਮ ਸੀ? ਤਾਂ ਉਹਨਾਂ ਦੇ ਫਾਦਰ ਸਾਹਿਬ ਸੀ ਸਰਦਾਰ ਸੁੰਦਰ ਸਿੰਘ ਬੇਦੀ। ਇਸ ਤੋਂ ਅਗਲੀ ਰਚਨਾ ਹੈ, ਪੰਜਾਬੀ ਲੋਕਧਾਰਾ ਵਿਸ਼ਵਕੋਸ਼ 8 ਜਿਲਦਾਂ ਦੇ ਵਿੱਚ ਜਿਹੜੀ ਬਣੀ ਹੋਈ ਇੱਕ ਪੁਸਤਕ ਹੈ, ਕਿਸ ਦੀ ਰਚਨਾ ਹੈ? ਤਾਂ ਉਹ ਹੈ ਡਾਕਟਰ S.S. ਵਣਜਾਰਾ ਬੇਦੀ ਦੀ। ਅਗਲਾ ਪ੍ਰਸ਼ਨ ਹੈ, ਡਾਕਟਰ S.S. ਵਣਜਾਰਾ ਬੇਦੀ ਦੀ ਪੁਸਤਕ ਕਿਹੜੀ ਹੈ? ਤਾਂ ਉਹ ਹੈ ਮੇਰਾ ਨਾਨਕਾ ਪਿੰਡ। ਤਾਂ ਇਹਦੇ ਵਿੱਚੋਂ ਤੁਹਾਨੂੰ ਕੁਝ ਉਹਨਾਂ ਦੀਆਂ ਉਹਨਾਂ ਦਾ ਅਗਲਾ ਪ੍ਰਸ਼ਨ ਹੈ, ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਕਿਸ ਵਿੱਚੋਂ ਪ੍ਰਤੀਬਿੰਬਿਤ ਹੁੰਦੀ ਹੈ? ਉਹ ਹੈ ਮੇਲਿਆਂ ਦੇ ਤਿਉਹਾਰਾਂ ਵਿੱਚੋਂ। ਅੱਗੇ ਹੈ, ਮੇਲਿਆਂ ਵਿੱਚ ਕਿਸ ਦਾ ਨਿਰਮਾਣ ਹੁੰਦਾ ਹੈ? ਤਾਂ ਉਹ ਉਸ ਦੇ ਵਿੱਚ ਹੈ, ਮੇਲਿਆਂ ਦੇ ਵਿੱਚ ਸਾਡੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮੇਲਾ ਬੀਜ ਰੂਪ ਵਿੱਚ ਕਿਸ ਵਿੱਚ ਸਮਾਇਆ ਹੋਇਆ ਹੈ? ਤਾਂ ਉਸ ਦਾ ਆਨਸਰ ਹੈ, ਮੇਲਾ ਪੰਜਾਬੀ ਚਰਿੱਤਰ ਦੇ ਵਿੱਚ ਸਮਾਇਆ ਹੋਇਆ ਹੈ। ਅਗਲਾ ਪ੍ਰਸ਼ਨ ਹੈ, ਪੰਜਾਬੀ ਦੁਨੀਆ ਵਿੱਚ ਕਿਸ ਲਈ ਆਏ ਹਨ? ਤਾਂ ਉਸ ਦਾ ਆਨਸਰ ਹੈ, ਮੇਲਾ ਮਨਾਉਣ ਲਈ। ਅਗਲਾ ਪ੍ਰਸ਼ਨ ਹੈ, ਤੁਰਦਾ ਫਿਰਦਾ ਮੇਲਾ ਕਿੱਥੇ ਬਣਦਾ ਹੈ? ਤਾਂ ਆਨਸਰ ਹੈ, ਜਿੱਥੇ 4 ਜਾਂ 6 ਪੰਜਾਬੀ ਜੁੜ ਜਾਂਦੇ ਨੇ। ਅਗਲਾ ਪ੍ਰਸ਼ਨ ਹੈ, ਕਿਸ ਇਕੱਠ ਵਿੱਚ ਸਭ ਲਾੜੇ ਹੁੰਦੇ ਹਨ? ਤਾਂ ਉਹ ਹੈ, ਮੇਲੇ ਵਿੱਚ ਸਭ ਲਾੜੇ ਹੁੰਦੇ ਹਨ। ਮਤਲਬ ਸਾਰੇ ਸੱਜ ਧੱਜ ਕੇ ਜਾਂਦੇ ਨੇ, ਤਾਂ ਹਰ ਇੱਕ ਬੰਦਾ ਆਪਣੇ ਆਪ ਨੂੰ ਹੀ ਵਿਸ਼ੇਸ਼ ਸਮਝਦਾ, ਇਸ ਕਰਕੇ ਜਿਹੜਾ ਹੈਗਾ ਮੇਲੇ ਦੇ ਵਿੱਚ ਸਾਰੇ ਲੋਕ ਲਾੜੇ ਹੁੰਦੇ ਆ। ਪੰਜਾਬੀ ਤਾਂ ਮੇਲੇ ਵਿੱਚ ਸੱਚਮੁੱਚ ਡੈਸ਼ ਬਣਿਆ ਫਿਰਦਾ ਹੈ। ਤਾਂ ਇਹ ਹੁੰਦਾ ਹੈ, ਇਸ ਦਾ ਜਿਹੜੀ ਫਿਲਅਪ ਕਰਨੀ ਹੈ, ਇਸ ਦਾ ਆਨਸਰ ਹੈ ਲਾੜਾ। 16 ਆ ਜਿਹੜਾ ਹੈਗਾ ਅਗਲਾ ਪ੍ਰਸ਼ਨ ਹੈ, ਮੇਲੇ ਵਿੱਚ ਪੰਜਾਬੀ ਦਾ ਦਿਲ ਕਿੱਥੇ ਚੜਿਆ ਹੁੰਦਾ ਹੈ? ਤਾਂ ਉਹ ਹੈ ਘੋੜੀ ਤੇ, ਕਿ ਹਮੇਸ਼ਾ ਚੜੇ ਘੋੜੇ ਸਵਾਰ ਰਹਿਣਾ, ਜਿੱਦਾਂ ਆਪਾਂ ਕਹਿ ਦਿੰਦੇ ਹਾਂ। ਅਗਲਾ ਪ੍ਰਸ਼ਨ ਹੈ, ਪੰਜਾਬੀ ਹਰ ਪੁਰਬ ਅਤੇ ਮੇਲੇ ਤੇ ਕੀ ਜ਼ਰੂਰ ਖਰੀਦਦੇ ਹਨ? ਤਾਂ ਉਹ ਹੈ ਕੋਈ ਨਾ ਕੋਈ ਚੀਜ਼। ਜਦੋਂ ਅਸੀਂ ਮੇਲੇ ਜਾਂਦੇ ਹਾਂ ਤਾਂ ਅਸੀਂ ਕੁਛ ਨਾ ਕੁਛ ਖਰੀਦ ਕੇ ਜ਼ਰੂਰ ਲੈ ਕੇ ਆਉਂਦੇ ਹਾਂ। ਮੌਸਮੀ ਮੇਲੇ ਮਨੁੱਖੀ ਮਨ ਦੀ ਕੁਦਰਤ ਨਾਲ ਡੈਸ਼ ਦੇ ਪ੍ਰਤੀਕ ਹਨ। ਤਾਂ ਉਹ ਹੈ ਇਕਸੁਰਤਾ ਨਾਲ। ਮਤਲਬ ਜਿਹੜੀ ਹੈਗੀ ਹੈ ਸਾਡੇ ਮੇਲੇ, ਉਹ ਸਾਡੀ ਕੁਦਰਤ ਦੇ ਨਾਲ ਇਕਸੁਰਤਾ ਲੈ ਕੇ ਚੱਲਦੇ ਹਨ, ਤਾਂ ਹੀ ਇਹ ਇੱਕ ਕੜੀ ਵਾਂਗ ਅੱਗੇ ਚੱਲਦੇ ਤੁਰੇ ਜਾਂਦੇ ਹਨ। ਉਸ ਤੋਂ ਅਗਲਾ ਪ੍ਰਸ਼ਨ ਹੈ, ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਮਾਘ ਸੁਦੀ ਪੰਚਮੀ। ਇਸ ਤੋਂ ਅੱਗੇ ਹੈ, ਇੱਥੋਂ ਦੀ ਬਸੰਤ ਪੰਚਮੀ ਖਾਸ ਪ੍ਰਸਿੱਧ ਹੈ। ਤਾਂ ਉਹ ਹੈ ਪਟਿਆਲੇ ਦੇ ਸ਼ਹਿਰੜੇ ਦੀ ਬਸੰਤ ਪੰਚਮੀ ਸਭ ਤੋਂ ਵਿਸ਼ੇਸ਼ ਪ੍ਰਸਿੱਧ ਹੈ। ਬਸੰਤ ਪੰਚਮੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੁਸੀਂ ਬਸੰਤ ਦੇ ਵਿੱਚ ਪਤੰਗਾਂ ਉਡਾਉਂਦੇ ਆ, ਉਹਨਾਂ ਦਿਨਾਂ ਦੀ ਗੱਲ ਕੀਤੀ ਗਈ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਤੇ ਕਿਸ ਸਥਾਨ ਤੇ ਲੱਗਦਾ ਸੀ? ਤਾਂ ਉਹ ਹੈ ਲਾਹੌਰ ਦੇ ਵਿੱਚ। ਹੋਲੀ ਦਾ ਤਿਉਹਾਰ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ? ਤਾਂ ਉਹ ਹੈ ਫੱਗਣ ਦੇ ਵਿੱਚ। ਰੰਗਾਂ ਦਾ ਤਿਉਹਾਰ ਕਿਹੜਾ ਹੈ? ਉਹ ਹੈ ਹੋਲੀ। ਹੋਲੀ ਨੂੰ ਕਿਸ ਦੀ ਕਥਾ ਨਾਲ ਜੋੜਿਆ ਜਾਂਦਾ ਹੈ? ਤਾਂ ਉਹ ਹੈ ਪ੍ਰਹਲਾਦ ਭਗਤ ਦੀ ਕਥਾ ਦੇ ਨਾਲ ਇਹਨੂੰ ਜੋੜਿਆ ਜਾਂਦਾ ਹੈ। ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਕਿਹੜੀ ਕਥਾ ਦੇ ਨਾਲ ਇਹਨਾਂ ਨੂੰ
ਜੋੜਿਆ ਜਾਂਦਾ ਹੈ, ਜਾਂ ਉਹ ਵਿਸ਼ੇਸ਼ ਕਿਹੜੀ ਕਹਾਣੀ ਹੈ ਜਾਂ ਕਿਹੜੀ ਕਥਾ ਹੈ ਜਿਸ ਦੇ ਵਿੱਚ ਹੋਲੀ ਦਾ ਜ਼ਿਕਰ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਪੰਜਾਬੀਆਂ ਦੀਆਂ ਵੀਰ ਭਾਵਨਾਵਾਂ ਨੂੰ ਪ੍ਰਜਵਲਿਤ ਕਰਨ ਲਈ ਕਿਸ ਨੇ ਹੋਲੀ ਦੇ ਤਿਉਹਾਰ ਨੂੰ ਨਵੀਂ ਦਿਸ਼ਾ ਦਿੱਤੀ ਸੀ? ਉਹ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਕਿਉਂਕਿ ਉਹਨਾਂ ਨੇ ਜੰਗੀ ਮੁਕਾਬਲਿਆਂ ਦੇ ਵਿੱਚ ਆਪਣੀ ਫੌਜ ਤਿਆਰ ਕਰਨ ਦੇ ਵਾਸਤੇ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਦਾ ਤਿਉਹਾਰ ਮਨਾਇਆ ਜਾਂਦਾ ਹੈ, ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੜਾ ਹੀ ਵਿਸ਼ੇਸ਼ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤੇ ਉੱਥੇ ਉਹਨਾਂ ਨੇ ਜੰਗੀ ਮੁਕਾਬਲੇ ਕਰਵਾਏ, ਦਸਤਾਰਾਂ ਸਜਾ ਕੇ ਤੇ ਹਥਿਆਰਾਂ ਦੇ ਨਾਲ ਤਲਵਾਰਾਂ ਤੇ ਹੋਰ ਜਿਹੜੀਆਂ ਔਜ਼ਾਰ ਨੇ ਜਿਨ੍ਹਾਂ ਦੇ ਨਾਲ ਆਪਾਂ ਯੁੱਧ ਲੜ ਸਕਦੇ ਹਾਂ, ਤੇ ਉਹਨਾਂ ਦੀਆਂ ਕਲਾਬਾਜ਼ੀਆਂ ਤੇ ਦਿਖਾਵੇ ਤੇ ਉਹਨਾਂ ਦੇ ਸਰੀਰਕ ਜੋਸ਼ ਦੀ ਜਿਹੜੀ ਹੈਗੀ ਹੈ ਦਿੱਖ ਉਹਨਾਂ ਮੇਲਿਆਂ ਦੇ ਵਿੱਚ ਪ੍ਰਭਾਵਿਤ ਹੁੰਦੀ ਹੈ। ਅੱਗੇ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਕਿੱਥੇ ਦਰਬਾਰ ਸਜਾਉਂਦੇ ਸਨ? ਉਹ ਹੈ ਅਨੰਦਪੁਰ ਸਾਹਿਬ ਵਿਖੇ। ਹੋਲੇ ਮਹੱਲੇ ਨੂੰ ਕਿਸ ਸਥਾਨ ਤੇ ਭਾਰੀ ਮੇਲਾ ਜੁੜਦਾ ਹੈ? ਤਾਂ ਉਹ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ। ਤੀਆਂ ਦੇ ਮੌਸਮੀ ਮੇਲੇ ਕਿਸ ਦੇਸੀ ਮਹੀਨੇ ਦੇ ਵਿੱਚ ਲੱਗਦੇ ਹਨ? ਤਾਂ ਉਹ ਹੈ ਸਾਉਣ ਦੇ ਮਹੀਨੇ ਦੇ ਵਿੱਚ, ਕਿਉਂਕਿ ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਵਿਸ਼ੇਸ਼ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਤੇ ਇਸ ਦਿਨ ਸਹੁਰੇ ਗਈਆਂ ਹੋਈਆਂ ਕੁੜੀਆਂ ਵੀ ਆਪਣੇ ਮਾਪੇ ਵਾਪਸ ਆ ਜਾਂਦੀਆਂ ਨੇ ਤੇ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਮਿਲ ਕੇ ਗਿੱਧਾ ਪਾਉਂਦੀਆਂ ਨੇ, ਗੀਤ ਗਾਉਂਦੀਆਂ ਨੇ, ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਨੇ। ਇਸ ਤੋਂ ਅਗਲਾ ਪ੍ਰਸ਼ਨ ਹੈ, ਪੰਜਾਬ ਦੇ ਕੁਝ ਮੇਲੇ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਕਿਸ ਪੂਜਾ ਦੀ ਦੇਣ ਹਨ? ਤਾਂ ਉਹ ਹੈ ਕੁਝ ਸਰਪ ਪੂਜਾ ਦੀ ਦੇਣ, ਕਿਉਂਕਿ ਸ਼ੁਰੂ ਤੋਂ ਹੀ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਸੀ, ਉਹਨਾਂ ਨੂੰ ਸੱਪਾਂ ਦਾ ਡਸਣਾ ਜਿਹੜਾ ਹੈਗਾ ਉਹ ਬਹੁਤ ਹੀ ਖਤਰਨਾਕ ਲੱਗਦਾ ਸੀ। ਤਾਂ ਇਸ ਕਰਕੇ ਜਿਹੜੀ ਹੈਗੀ ਹੈ ਕਹਿੰਦੇ ਉਹਨਾਂ ਦੀ ਜੇ ਪੂਜਾ ਕੀਤੀ ਜਾਵੇ ਤਾਂ ਉਹ ਜਿਹੜਾ ਹੈਗਾ ਇਨਸਾਨੀ ਨੁਕਸਾਨ ਨਹੀਂ ਕਰਦੇ। ਅੱਗੇ ਹੈ, ਪੁਰਾਣੇ ਸਮੇਂ ਵਿੱਚ ਕਿਸਾਨ ਪੈਲੀ ਨੂੰ ਵਾਹੁਣ, ਬੀਜਣ ਅਤੇ ਵੱਢਣ ਤੋਂ ਪਹਿਲਾਂ ਕਿਸ ਨੂੰ ਪੂਜਾ ਕਰਦੇ ਸੀ? ਤਾਂ ਉਹ ਹੈ ਨਾਗਾਂ ਨੂੰ। ਅੱਜ ਵੀ ਜਦੋਂ ਜ਼ਮੀਨਾਂ ਦੇ ਵਿੱਚ ਖੇਤੀਆਂ ਕਰਦੇ ਨੇ ਉਸ ਤੋਂ ਪਹਿਲਾਂ ਆਟੇ ਦੇ ਜਾਂ ਫਿਰ ਰੂੰ ਦੇ ਸੱਪ ਬਣਾ ਕੇ, ਮਿੱਠੇ ਚਾਵਲ ਬਣਾ ਕੇ ਤੇ ਕੱਚੀ ਲੱਸੀ ਖੇਤਾਂ ਦੇ ਵਿੱਚ ਛਿੜਕੀ ਜਾਂਦੀ ਹੈ, ਦਰਖਤਾਂ 'ਤੇ ਪਾਈ ਜਾਂਦੀ ਹੈ ਤੇ ਉੱਥੇ ਮੱਥਾ ਟੇਕਿਆ ਜਾਂਦਾ ਤਾਂ ਜੋ ਜਿਹੜਾ ਹੈਗਾ ਕੋਈ ਸੱਪ ਉੱਥੇ ਖੇਤਾਂ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਅੱਗੇ ਹੈ, ਵਰਖਾ ਰੁੱਤ ਦੇ ਕੁਝ ਮੇਲੇ ਕਿਸ ਨਾਲ ਸੰਬੰਧਿਤ ਹਨ? ਉਹ ਨੇ ਗੁੱਗੇ ਨਾਲ। ਗੁੱਗੇ ਦੀ ਯਾਦ ਵਿੱਚ ਇੱਕ ਵੱਡਾ ਮੇਲਾ ਕਿੱਥੇ ਲੱਗਦਾ ਹੈ? ਤਾਂ ਉਹ ਹੈ ਛਪਾਰ ਦਾ। ਹੁਣ ਛਪਾਰ ਦਾ ਮੇਲਾ ਗੁੱਗੇ ਦੀ ਯਾਦ ਵਿੱਚ ਤੇ ਗੁੱਗੇ ਦਾ ਮੇਲਾ ਛਪਾਰ ਦੇ ਜਿਹੜੇ ਹੈਗੇ ਮੇਲੇ ਦੇ ਵਿੱਚ, ਇਹ ਦੋਨਾਂ ਦਾ ਇੱਕੋ ਹੀ ਲਿੰਕ ਹੈ, ਇਹਨਾਂ ਨੂੰ ਯਾਦ ਰੱਖ ਲਿਓ। ਛਪਾਰ ਦਾ ਮੇਲਾ ਕਦੋਂ ਲੱਗਦਾ ਹੈ? ਭਾਦਰੋਂ ਸੁਦੀ 14 ਨੂੰ। ਅੱਗੇ ਹੈ, ਛਪਾਰ ਵਿਖੇ ਗੁੱਗੇ ਦੀ ਮੜੀ ਦੀ ਸਥਾਪਨਾ ਕਿਸ ਬਿਕਰਮੀ ਸੰਨ ਵਿੱਚ ਹੋਈ ਸੀ? ਉਹ ਹੈ 1880 ਬਿਕਰਮੀ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਚੇਤਰ ਅਤੇ ਅੱਸੂ ਦੇ ਮਹੀਨਿਆਂ ਦੇ ਨਰਾਤਿਆਂ ਵਿੱਚ ਲੱਗਣ ਵਾਲੇ ਮੇਲਿਆਂ ਦਾ ਸੰਬੰਧ ਕਿਸ ਦੀ ਪੂਜਾ ਨਾਲ ਹੈ? ਉਹ ਹੈ ਦੇਵੀ ਮਾਤਾ ਦੀ ਪੂਜਾ ਨਾਲ। ਜਰਗ ਦਾ ਮੇਲਾ ਕਦੋਂ ਲੱਗਦਾ ਹੈ? ਇਹ ਹੈ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ। ਅਗਲਾ ਹੈ, ਜਰਗ ਦੇ ਮੇਲੇ ਦਾ ਸੰਬੰਧ ਕਿਸ ਨਾਲ ਹੈ? ਤਾਂ ਉਹ ਹੈ ਸ਼ੀਤਲਾ ਮਾਤਾ ਦਾ। ਸ਼ੀਤਲਾ ਮਾਤਾ ਦਾ ਜੇ ਇਹ ਵੀ ਪੁੱਛਿਆ ਜਾ ਸਕਦਾ ਹੈ ਸੰਬੰਧ ਕਿਹੜੀ ਬਿਮਾਰੀ ਨਾਲ ਮੰਨਿਆ ਜਾਂਦਾ ਹੈ? ਤਾਂ ਉਹ ਹੈ ਚੇਚਕ ਦੀ ਬਿਮਾਰੀ, ਕਿਉਂਕਿ ਜਿਹੜੀ ਚੇਚਕ ਦੀ ਬਿਮਾਰੀ ਬੱਚਿਆਂ ਨੂੰ ਹੁੰਦੀ ਹੈ ਤਾਂ ਉਸ ਸਮੇਂ ਸ਼ੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਤੇ ਜਿਹੜੀ ਹੈਗੀ ਇਹ ਪੂਜਾ ਜਿਹੜੀ ਹੈਗੀ ਜਰਗ ਦੇ ਏਰੀਏ ਦੇ ਵਿੱਚ ਕੀਤੀ ਜਾਂਦੀ ਹੈ। ਠੀਕ ਹੈ, ਜਰਗ ਜਿਹੜੇ ਕਾ ਪਿੰਡ ਹੈ ਉੱਥੇ ਜਾ ਕੇ ਇਹਦੀ ਪੂਜਾ ਵਿਸ਼ੇਸ਼ ਮਾਨਤਾ ਮੰਨੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਜਰਗ ਦਾ ਮੇਲਾ ਕਿਸ ਦੇ ਦੁਆਲੇ ਲੱਗਦਾ ਹੈ? ਤਾਂ ਜਰਗ ਦਾ ਮੇਲਾ ਇੱਕ ਟੋਬੇ ਦੇ ਦੁਆਲੇ ਲੱਗਦਾ ਹੈ। ਜਰਗ ਦੇ ਮੇਲੇ ਵਿੱਚ ਦੇਵੀ ਮਾਤਾ ਨੂੰ ਕੀ ਭੇਟ ਕੀਤਾ ਜਾਂਦਾ ਹੈ? ਬਹਿੜੀਏ ਅਥਵਾ ਬੇਹੇ ਗੋਲ ਗੱਪੇ। ਬੇਹੇ ਮਤਲਬ ਕਿ ਜਿਹੜਾ ਆਟੇ ਤੇ ਗੁੜ ਨੂੰ ਮਿਕਸ ਕਰਕੇ ਗੋਲ ਗੱਪੇ ਬਣਾਏ ਜਾਂਦੇ ਆ, ਉਹ ਇੱਕ ਦਿਨ ਪਹਿਲਾਂ ਬਣਾਏ ਜਾਂਦੇ ਆ ਤੇ ਅਗਲੇ ਦਿਨ ਜਿਹੜਾ ਹੈਗਾ ਮਾਤਾ ਨੂੰ ਮੱਥਾ ਟੇਕਿਆ ਜਾਂਦਾ। ਇਸ ਲਈ ਬੇਹੇ ਗੁਲਗੁਲਿਆਂ ਨੂੰ ਬਹਿੜੀਏ ਕਿਹਾ ਜਾਂਦਾ ਹੈ। ਸ਼ੀਤਲਾ ਦੇਵੀ ਦਾ ਵਾਹਨ ਕਿਹੜਾ ਹੈ? ਤਾਂ ਉਹਨਾਂ ਦਾ ਮਤਲਬ ਜਿਨ੍ਹਾਂ ਤੇ ਉਹ ਸਵਾਰੀ ਕਰਦੇ ਨੇ, ਜਿਵੇਂ ਗਣੇਸ਼ ਜੀ ਦੀ ਸਵਾਰੀ ਮੂਸਕ ਹੈ, ਚੂਹੇ ਨੂੰ ਮੰਨਿਆ ਜਾਂਦਾ ਹੈ, ਤਾਂ ਉਸੇ ਤਰੀਕੇ ਨਾਲ ਜਿਹੜੀ ਸ਼ੀਤਲਾ ਦੇਵੀ ਹੈ ਉਹਨਾਂ ਦੀ ਜਿਹੜੀ ਸਵਾਰੀ ਹੈ ਉਹ ਹੈ ਖੋਤਾ। ਤਾਂ ਜਿਹੜੇ ਇਹ ਵੀ ਪੁੱਛਿਆ ਜਾ ਸਕਦਾ ਕਿ ਗੁਲਗੁਲੇ ਜਿਹੜੇ ਹੁੰਦੇ ਬਣਾਏ ਹੁੰਦੇ ਆ ਉਹ ਕਿਸ ਨੂੰ ਖਵਾਏ ਜਾਂਦੇ ਨੇ? ਤਾਂ ਉਹ ਖੋਤਿਆਂ ਨੂੰ ਖਵਾਏ ਜਾਂਦੇ ਨੇ ਉਹਨਾਂ ਦਿਨਾਂ ਦੇ ਵਿੱਚ। ਸੁੱਖ ਪੂਰੀ ਹੋਣ ਤੇ ਸ਼ੀਤਲਾ ਮਾਤਾ ਦੀ ਭੇਟਾ ਲਈ ਗੁਲਗੁਲੇ ਪਕਾ ਕੇ ਪਹਿਲਾਂ ਕਿਸ ਨੂੰ ਖਵਾਏ ਜਾਂਦੇ ਹਨ? ਤਾਂ ਉਹ ਹੈ ਖੋਤੇ ਨੂੰ। ਕਿਸ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ? ਤਾਂ ਉਹ ਹੈ ਜਰਗ ਦੇ ਮੇਲੇ ਵਿੱਚ।
ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਦੇਵੀ ਜਿਹੜੀ ਹੈਗੀ ਆ ਖੋਤਿਆਂ ਦੀ ਪੂਜਾ, ਦੇਵੀ ਦੇ ਥਰੂ ਜਿਹੜੀ ਹੈਗੀ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਆ, ਜਾਂ ਦੇਵੀ ਨੂੰ ਖੁਸ਼ ਰੱਖਣ ਵਾਸਤੇ ਕਿਹੜੀ ਦੇਵੀ ਮਾਤਾ ਹੈ ਜਿਸ ਦੀ ਪੂਜਾ ਜਿਸ ਨੂੰ ਖੁਸ਼ ਰੱਖਣ ਵਾਸਤੇ ਖੋਤਿਆਂ ਦੀ ਪੂਜਾ ਕੀਤੀ ਜਾਂਦੀ, ਤਾਂ ਉਹ ਹੈ ਸ਼ੀਤਲਾ ਦੇਵੀ। ਮਤਲਬ ਕਿ ਜਿਹੜਾ ਹੈ ਕੁਐਸਚਨ ਉਸ ਨੂੰ ਕਿਸੇ ਵੀ ਤਰੀਕੇ ਨਾਲ ਘੁਮਾ ਫਿਰਾ ਕੇ ਪੁੱਛਿਆ ਜਾ ਸਕਦਾ ਹੈ, ਇਸ ਲਈ ਉੱਥੇ ਕਨਫਿਊਜ਼ ਨਹੀਂ ਹੋਣਾ। ਤੁਸੀਂ ਥੋੜ੍ਹਾ ਜਿਹਾ ਦਿਮਾਗ ਰਿਲੈਕਸ ਹੋ ਕੇ ਇਹਨਾਂ ਜਿਹੜੇ ਪ੍ਰਸ਼ਨਾਂ ਨੂੰ ਇਹ ਸੋਲਵ ਕਰਨਾ, ਕਿਉਂਕਿ ਇਹ ਤੁਹਾਡੀ ਇੱਕ ਛੋਟੀ ਜਿਹੀ ਟਿਕ ਤੁਹਾਡਾ 1 ਨੰਬਰ ਖਤਮ ਕਰ ਸਕਦੀ ਹੈ। ਅੱਗੇ ਹੈ, ਕਿਸ ਮੇਲੇ ਵਿੱਚ ਘੁਮਿਆਰ ਆਪਣੇ ਖੋਤਿਆਂ ਨੂੰ ਸ਼ਿੰਗਾਰ ਕੇ ਲਿਆਉਂਦੇ ਹਨ, ਤਾਂ ਉਹ ਹੈ ਜਰਗ ਦੇ ਮੇਲੇ ਦੇ ਵਿੱਚ। ਰੌਸ਼ਨੀ ਦੇ ਮੇਲੇ ਦਾ ਸੰਬੰਧ ਕਿਸ ਸਥਾਨ ਨਾਲ ਹੈ, ਤਾਂ ਉਹ ਹੈ ਜਗਰਾਵਾਂ, ਕਿਉਂਕਿ ਜਗਰਾਵਾਂ ਦੇ ਵਿੱਚ ਜਿਹੜਾ ਮੇਲਾ ਮਨਾਇਆ ਜਾਂਦਾ ਉਸ ਨੂੰ ਰੌਸ਼ਨੀ ਦਾ ਤਿਉਹਾਰ ਕਿਹਾ ਜਾਂਦਾ ਹੈ, ਰੌਸ਼ਨੀ ਦਾ ਮੇਲਾ ਕਿਹਾ ਜਾਂਦਾ ਹੈ। ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਕਿਸ ਸੂਫੀ ਫਕੀਰ ਦੀ ਕਬਰ ਤੇ ਲੱਗਦਾ ਹੈ, ਤਾਂ ਉਹਨਾਂ ਦਾ ਨਾਮ ਹੈ ਅਬਦੁਲ ਕਾਦਰ ਜਿਲਾਨੀ। ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਕਦੋਂ ਲੱਗਦਾ ਹੈ, ਇਹ ਹੈ 14 ਤੋਂ 16 ਫੱਗਣ ਤੱਕ ਇਹ ਜਿਹੜਾ ਮੇਲਾ ਲੱਗਦਾ ਹੈ। ਨਿਮਾਣੀ ਇਕਾਦਸ਼ੀ ਦਾ ਮੇਲਾ ਕਿਸ ਦੇ ਮਕਬਰੇ ਤੇ ਲੱਗਦਾ ਹੈ, ਤਾਂ ਉਹ ਹੈ ਹੈਦਰ ਸ਼ੇਖ ਦੇ ਮਕਬਰੇ ਤੇ ਜਿਹੜਾ ਹੈਗਾ ਨਿਮਾਣੀ ਇਕਾਦਸ਼ੀ ਦਾ ਮੇਲਾ ਲੱਗਦਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਨਿਮਾਣੀ ਇਕਾਦਸ਼ੀ ਦਾ ਮੇਲਾ ਕਿੱਥੇ ਲੱਗਦਾ ਹੈ, ਤਾਂ ਉਹ ਹੈ ਮਲੇਰਕੋਟਲੇ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਸਖੀ ਸਰਵਰ ਦਾ ਨਿਗਾਹਾਂ ਮੇਲਾ ਕਿੱਥੇ ਲੱਗਦਾ ਹੈ, ਤਾਂ ਇਹ ਵੀ ਮਲੇਰਕੋਟਲੇ ਦੇ ਵਿੱਚ ਲੱਗਦਾ ਹੈ। ਅਗਲਾ ਪ੍ਰਸ਼ਨ ਹੈ, ਮਲੇਰਕੋਟਲੇ ਵਿੱਚ ਸਖੀ ਸਰਵਰ ਦੇ ਨਿਗਾਹਾਂ ਦਾ ਮੇਲਾ ਕਦੋਂ ਲੱਗਦਾ ਹੈ, ਤਾਂ ਉਹ ਹੈ ਪੋਹ ਮਹੀਨੇ ਦੇ ਪਹਿਲੇ ਵੀਰਵਾਰ ਨੂੰ। ਅਗਲਾ ਪ੍ਰਸ਼ਨ ਹੈ, ਲੁਧਿਆਣੇ ਦੇ ਭਾਂਡਲਾ ਪਿੰਡ ਵਿੱਚ ਕਿਸ ਦੀ ਖਾਨਗਾਹ ਤੇ ਮੇਲਾ ਲੱਗਦਾ ਹੈ, ਤਾਂ ਉਹ ਹੈ ਸਖੀ ਸਰਵਰ ਦੀ। ਠੀਕ ਹੈ, ਮਲੇਰਕੋਟਲੇ ਵਿੱਚ ਮੇਲਾ ਲੱਗਦਾ ਹੈ ਸਖੀ ਸਰਵਰ, ਤੇ ਕਿਹੜੇ ਏਰੀਏ ਦੇ ਵਿੱਚ ਲੱਗਦਾ ਹੈ, ਖਾਨਗਾਹ ਦੇ ਵਿੱਚ। ਇਹਨੂੰ ਰਿਲੇਟ ਕਰ ਲਿਓ। ਅੱਗੇ ਹੈ, ਲੁਧਿਆਣੇ ਦੇ ਭਾਂਡਲਾ ਪਿੰਡ ਵਿੱਚ ਸਖੀ ਸਰਵਰ ਦੀ ਖਾਨਗਾਹ ਤੇ ਕਦੋਂ ਮੇਲਾ ਲੱਗਦਾ ਹੈ, ਇਹ ਹੈ ਜੇਠ ਮਹੀਨੇ ਦੇ ਚਾਨਣੇ ਪੱਖ ਦੇ ਪਹਿਲੇ ਵੀਰਵਾਰ। ਤਾਂ ਕਿਹੜੇ ਦਿਨ ਵੀ ਪੁੱਛਿਆ ਜਾ ਸਕਦਾ ਹੈ, ਤਾਂ ਇਹ ਵੀਰਵਾਰ ਦੇ ਦਿਨ ਦਾ ਜ਼ਿਕਰ ਹੈ ਇਸ ਦੇ ਵਿੱਚ। ਜੇਠ ਮਹੀਨੇ ਦੇ ਚਾਨਣੇ ਪੱਖ, ਨੇਰ ਪੱਖ ਵੀ ਆ ਸਕਦਾ ਹੈ ਆਪਸ਼ਨ ਦੇ ਵਿੱਚ, ਤੇ ਚਾਨਣ ਪੱਖ ਵੀ ਆ ਸਕਦਾ। ਤੁਸੀਂ ਚਾਨਣ ਪੱਖ ਨੂੰ ਯਾਦ ਰੱਖਣਾ ਹੈ, ਤੇ ਦਿਨ ਹੈ ਵੀਰਵਾਰ, ਤੇ ਉਹ ਵੀ ਪਹਿਲਾ ਵੀਰਵਾਰ, ਮਤਲਬ ਮਹੀਨਾ ਸ਼ੁਰੂ ਹੁੰਦਾ ਹੈ ਤੇ ਮਹੀਨੇ ਦਾ ਜਿਹੜੇ ਹਫਤੇ ਦਾ ਪਹਿਲਾ ਵੀਰਵਾਰ ਹੁੰਦਾ ਹੈ, ਤਾਂ ਉਸ ਨੂੰ ਉਹ ਜਿਹੜਾ ਹੈਗਾ ਪਹਿਲਾ ਵੀਰਵਾਰ ਮੰਨਿਆ ਗਿਆ ਹੈ। ਪੰਜਾਬ ਜਿਉਂਦਾ ਹੀ ਗੁਰਾਂ ਦੇ ਨਾਂ ਤੇ ਹੈ, ਇਹ ਕਥਨ ਕਿਸ ਦਾ ਹੈ, ਪ੍ਰੋਫੈਸਰ ਪੂਰਨ ਸਿੰਘ ਦਾ। ਅੱਗੇ ਹੈ, ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਕਿੱਥੇ ਭਾਰੀ ਮੇਲਾ ਲੱਗਦਾ ਸੀ, ਤਾਂ ਉਹ ਹੈ ਪੰਜਾ ਸਾਹਿਬ ਦੇ ਵਿੱਚ। ਅੱਗੇ ਹੈ, ਪੱਛਮੀ ਪੰਜਾਬ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਕਿੱਥੇ ਭਾਰੀ ਮੇਲਾ ਲੱਗਦਾ ਹੈ, ਤੇ ਉਹ ਹੈ ਨਨਕਾਣਾ ਸਾਹਿਬ ਦੇ ਵਿੱਚ। ਹੁਣ ਇਹ ਦੋਨੋਂ ਕੁਐਸਚਨ ਜਿਹੜੇ ਹੈਗੇ ਆ ਇਹ ਕਨਫਿਊਜ਼ ਕਰਦੇ ਆ। ਪਹਿਲਾ ਕੁਐਸਚਨ ਮੈਂ ਦੁਬਾਰਾ ਰਿਪੀਟ ਕਰਨ ਲੱਗੀ ਹਾਂ। ਇਸ ਵਿੱਚ ਧਿਆਨ ਦੇਣਾ ਕਿ ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਕਿੱਥੇ ਮੇਲਾ ਲੱਗਦਾ, ਉਹਨਾਂ ਨੇ ਕਿਹਾ ਹਰ ਪੂਰਨਮਾਸ਼ੀ ਨੂੰ ਕਿੱਥੇ ਮੇਲਾ ਲੱਗਦਾ ਹੈ। ਤੇ ਅਗਲੇ ਪ੍ਰਸ਼ਨ 'ਚ ਉਹਨਾਂ ਨੇ ਕੀ ਪੁੱਛਿਆ ਕਿ ਪੱਛਮੀ ਪੰਜਾਬ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ, ਪਹਿਲੇ ਪ੍ਰਸ਼ਨ ਦੇ ਵਿੱਚ ਹਰ ਪੂਰਨਮਾਸ਼ੀ, ਅਗਲੇ ਪ੍ਰਸ਼ਨ ਦੇ ਵਿੱਚ ਹੈ ਕੱਤਕ ਦੀ ਪੂਰਨਮਾਸ਼ੀ। ਹੁਣ ਇਹ ਯਾਦ ਰੱਖਿਓ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਨੂੰ ਪੂਰਨਮਾਸ਼ੀ ਵਾਲੇ ਦਿਨ ਮੰਨਿਆ ਜਾਂਦਾ ਹੈ, ਇਸ ਕਰਕੇ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ, ਨਨਕਾਣਾ ਸਾਹਿਬ ਦੇ ਵਿੱਚ। ਕੱਤਕ ਦੀ ਪੂਰਨਮਾਸ਼ੀ, ਨਨਕਾਣਾ ਸਾਹਿਬ, ਇਹ ਦੋਨੇ ਗੁਰੂ ਨਾਨਕ ਦੇਵ ਜੀ ਦੇ ਬਰਥ ਡੇਟ ਦੇ ਨਾਲ ਰਿਲੇਟ ਕਰਦੇ ਆ। ਤੇ ਜਿਹੜੀ ਹਰ ਪੂਰਨਮਾਸ਼ੀ ਆ ਉਹ ਪੰਜਾ ਸਾਹਿਬ ਦੇ ਵਿੱਚ ਮਨਾਈ ਜਾਂਦੀ ਹੈ। ਇਸ ਲਈ ਜਦੋਂ ਕੱਤਕ ਦਾ ਜ਼ਿਕਰ ਆ ਗਿਆ ਤਾਂ ਤੁਸੀਂ ਦਿਮਾਗ ਦੇ ਵਿੱਚ ਇਹ ਰੱਖਣਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਗੱਲ ਕੀਤੀ ਗਈ ਹੈ, ਤੇ ਜਨਮ ਕਿੱਥੇ ਹੋਇਆ ਸੀ, ਨਨਕਾਣਾ ਸਾਹਿਬ ਦੇ ਵਿੱਚ। ਇਸ ਨੂੰ ਇਸ ਤਰੀਕੇ ਨਾਲ ਅਲੱਗ-ਅਲੱਗ ਕਰ ਲੈਣਾ। ਅਗਲਾ ਪ੍ਰਸ਼ਨ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਲੱਗਦੇ ਜੋੜ ਮੇਲੇ ਦਾ ਸੰਬੰਧ ਕਿਸ ਸਥਾਨ ਨਾਲ ਹੈ, ਉਹ ਹੈ ਲਾਹੌਰ ਦੇ ਵਿੱਚ। ਸਿੱਖ ਇਤਿਹਾਸ ਨਾਲ ਸੰਬੰਧਿਤ ਮੁਕਤਸਰ ਦਾ ਮੇਲਾ ਕਿਸ ਦਿਨ ਲੱਗਦਾ ਹੈ, ਤਾਂ ਉਹ ਹੈ ਮਾਘੀ ਵਾਲੇ ਦਿਨ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਮਾਘੀ ਦਾ ਮਹੀਨਾ ਆ ਜਾਣਾ। ਜਿਉਂ ਹੀ ਮਾਘ ਚੜ੍ਹਦਾ ਹੈ ਤਾਂ ਮੁਕਤਸਰ ਸਾਹਿਬ ਦੇ ਵਿੱਚ ਪੂਰਾ 1 ਮਹੀਨਾ ਜਿਹੜਾ ਹੈ ਇਹ ਮੇਲਾ ਲੱਗਦਾ ਹੈ। ਅੱਗੇ ਹੈ ਖਿਦਰਾਣੇ, ਜਿਸ ਨੂੰ ਮਤਲਬ ਖਿਦਰਾਣਾ ਕਿਸ ਦਾ ਪੁਰਾਤਨ ਨਾਮ ਹੈ, ਇਹ ਵੀ ਪੁੱਛਿਆ ਜਾ ਸਕਦਾ ਹੈ, ਤੇ ਉਹ ਹੈ ਸ਼੍ਰੀ ਮੁਕਤਸਰ ਸਾਹਿਬ ਦਾ। ਤਾਂ ਖਿਦਰਾਣੇ ਦੇ ਤਾਲ ਦੇ ਕੰਢੇ ਮੁਗਲਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਦਿਆਂ ਕਿੰਨੇ ਸਿੰਘ ਸ਼ਹੀਦ ਹੋਏ ਸੀ, ਉਹ ਸੀ 40।
ਤਾਂ ਇਹਨੂੰ 40 ਮੁਕਤਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਦੀ ਬੇਨਤੀ ਤੇ ਬੇਦਾਵਾ ਪਾੜਿਆ ਸੀ? ਤਾਂ ਉਹ ਹੈ ਜਥੇਦਾਰ ਮਹਾਂ ਸਿੰਘ ਦੀ। ਕਿਉਂਕਿ ਜਦੋਂ ਇਹ 40 ਸਿੰਘ ਸੀ ਤਾਂ ਇਹ ਗੁਰੂ ਜੀ ਦਾ ਸਾਥ ਛੱਡ ਗਏ ਸੀ, ਤਾਂ ਫਿਰ ਗੁਰੂ ਜੀ ਨੇ ਜਿਹੜਾ ਇਹਨਾਂ ਨੇ ਗੁਰੂ ਜੀ ਦੇ ਖਿਲਾਫ ਲਿਖ ਕੇ ਬੇਦਾਵਾ ਦਿੱਤਾ ਸੀ, ਤਾਂ ਜਿਹੜੇ ਹੈਗੇ ਜਥੇਦਾਰ ਮਹਾਂ ਸਿੰਘ, ਉਹਨਾਂ ਨੇ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਇਹਨਾਂ ਤੋਂ ਗਲਤੀ ਹੋ ਗਈ, ਇਸ ਲਈ ਜਿਹੜਾ ਹੈਗਾ ਇਹਨਾਂ ਨੂੰ ਮਾਫ ਕਰ ਦਿੱਤਾ ਜਾਵੇ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਬੇਦਾਵਾ ਪਾੜ ਦਿੱਤਾ ਸੀ। ਅਗਲਾ ਹੈ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਹੋਲੇ ਮਹੱਲੇ ਦਾ ਮੇਲਾ ਕਦੋਂ ਲੱਗਦਾ ਹੈ? ਤਾਂ ਉਹ ਹੈ ਚੇਤਰਵਦੀ ਪਹਿਲੀ ਨੂੰ। ਅਗਲਾ ਪ੍ਰਸ਼ਨ ਹੈ ਤਰਨ ਤਾਰਨ ਵਿੱਚ ਕਿਸ ਮਹੀਨੇ ਦੀ ਮੱਸਿਆ ਨੂੰ ਬਹੁਤ ਭਾਰੀ ਉਤਸਵ ਮਨਾਇਆ ਜਾਂਦਾ ਹੈ? ਤਾਂ ਉਹ ਹੈ ਭਾਦੋਂ ਮਹੀਨੇ ਦੀ ਮੱਸਿਆ ਨੂੰ। ਅਗਲਾ ਪ੍ਰਸ਼ਨ ਬਣਦਾ ਜੀ ਪੰਜਾਬੀ ਕਵੀ ਹਾਸ਼ਮ ਸ਼ਾਹ ਦੀ ਯਾਦ ਵਿੱਚ ਕਿੱਥੇ ਮੇਲਾ ਲੱਗਦਾ ਹੈ? ਉਹ ਹੈ ਜਗਦੇਵ ਕਲਾਂ ਦੇ ਵਿੱਚ। ਹਾਸ਼ਮ ਸ਼ਾਹ ਸਾਡੇ ਸੂਫੀ ਫਕੀਰ ਹੋਏ ਨੇ, ਜਿਨ੍ਹਾਂ ਨੇ ਬਹੁਤ ਸਾਰੀ ਸੂਫੀ ਰਚਨਾਵਾਂ ਸਾਨੂੰ ਦਿੱਤੀਆਂ ਨੇ। ਤਾਂ ਫਿਰ ਉੱਥੇ ਜਿਹੜਾ ਮੇਲਾ ਲੱਗਦਾ ਹੈ, ਉਹਨਾਂ ਦੀ ਯਾਦ ਵਿੱਚ ਜਿਹੜਾ ਮੇਲਾ ਲੱਗਦਾ ਹੈ, ਉਸ ਦਾ ਨਾਮ ਹੈ ਜਗਦੇਵ ਕਲਾਂ ਏਰੀਆ ਹੈ। ਅਗਲਾ ਹੈ ਪ੍ਰਸ਼ਨ ਪੰਜਾਬੀ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਕਿੱਥੇ ਮੇਲਾ ਲੱਗਦਾ ਹੈ? ਤਾਂ ਉਹ ਹੈ ਲੁਧਿਆਣਾ ਦੇ ਵਿੱਚ। ਪੂਰਨਮਾਸ਼ੀ ਅਤੇ ਮੱਸਿਆ ਦਾ ਸੰਬੰਧ ਕਿਸ ਦੀਆਂ ਤਿੱਥਾਂ ਨਾਲ ਹੈ? ਤਾਂ ਉਹ ਹੈ ਚੰਨ ਦੀਆਂ ਜਾਂ ਚੰਦਰਮਾ ਦੀਆਂ ਰਿਸਮਾਂ ਨਾਲ, ਜਾਂ ਚੰਦਰਮਾ ਦੀਆਂ ਜਾਂ ਚੰਦ ਦੀਆਂ ਰਿਸਮਾਂ ਨਾਲ। ਅਗਲਾ ਪ੍ਰਸ਼ਨ ਬਣਦਾ ਹੈ ਪੰਜਾਬ ਵਿੱਚ ਨਵਾਂ ਵਰ੍ਹਾ ਕਦੋਂ ਸ਼ੁਰੂ ਹੁੰਦਾ ਹੈ? ਮਤਲਬ ਨਵਾਂ ਸਾਲ, ਜਿਵੇਂ ਆਪਣਾ ਜਨਵਰੀ 'ਚ ਸ਼ੁਰੂ ਹੁੰਦਾ ਹੈ, ਤਾਂ ਜਿਹੜਾ ਪੰਜਾਬੀ ਜਿਹੜਾ ਦੇਸੀ ਮਹੀਨੇ ਜਿਹੜੇ ਆ ਭਾਦੋਂ, ਜੇਠ, ਅੱਸੂ, ਹਾੜ, ਇਹ ਸਾਰੇ ਦੇਸੀ ਮਹੀਨੇ ਆ। ਤਾਂ ਇੱਥੋਂ ਦਾ ਜਿਹੜਾ ਦੇਸੀ ਮਹੀਨੇ ਦੇ ਅਕੋਰਡਿੰਗ ਜਿਹੜਾ ਹੈਗਾ ਨਵਾਂ ਸਾਲ ਉਹ ਕਦੋਂ ਸ਼ੁਰੂ ਹੁੰਦਾ ਹੈ? ਉਹ ਹੈ ਚੇਤਰ ਮਹੀਨੇ ਦੇ ਵਿੱਚ ਜਾਂ ਚੇਤ ਦੇ ਮਹੀਨੇ ਦੇ ਵਿੱਚ। ਚੇਤ ਦਾ ਜਦੋਂ ਪਹਿਲਾ ਦਿਨ ਹੁੰਦਾ ਹੈ, ਮਹੀਨੇ ਦਾ ਪਹਿਲਾ 1 ਤਰੀਕ ਆਉਂਦੀ ਹੈ, ਤਾਂ ਉਸ ਦਿਨ ਜਿਹੜਾ ਹੈਗਾ ਨਵਾਂ ਸਾਲ ਚੜ੍ਹਦਾ ਹੈ। ਪੰਜਾਬ ਵਿੱਚ ਚੇਤ ਜਾਂ ਚੇਤਰ ਮਹੀਨੇ ਦੀ ਇੱਕ ਮਨੁੱਖੀ ਮਨਾਇਆ ਜਾਂਦਾ ਹੈ, ਤਾਂ ਉਹ ਨਵਾਂ ਸੰਮਤ, ਨਵਾਂ ਸਾਲ। ਨਵੀਂ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਕਦੋਂ ਖਾਧੀਆਂ ਜਾਂਦੀਆਂ ਹਨ? ਤਾਂ ਉਹ ਹੈ ਚੇਤ ਮਹੀਨੇ ਦੇ ਵਿੱਚ। ਮਤਲਬ ਨਵੇਂ ਸਾਲ ਦੇ ਵਿੱਚ ਉਹ ਹੋਲਾਂ ਭੁੰਨ ਕੇ, ਜਿਹੜੇ ਕਣਕ ਹੁੰਦੀ ਹੈ ਉਹਨਾਂ ਨੂੰ ਭੁੰਨ ਕੇ ਉਹਨੂੰ ਖਾਧਾ ਜਾਂਦਾ। ਇੱਕ ਪੁਰਾਣੀ ਰਸਮ ਮੰਨੀ ਜਾਂਦੀ ਹੈ, ਹੁਣ ਅੱਜ ਦੇ ਸਮੇਂ ਦੇ ਵਿੱਚ ਨਹੀਂ ਕੀਤੀ ਜਾਂਦੀ, ਪਰ ਪੁਰਾਣੇ ਸਮੇਂ ਦੇ ਵਿੱਚ ਕੀਤੀ ਜਾਂਦੀ ਸੀ। ਅਗਲਾ ਪ੍ਰਸ਼ਨ ਹੈ ਜੀ ਪੰਜਾਬ ਵਿੱਚ ਅੰਨ ਨਵਾਂ ਕਦੋਂ ਕੀਤਾ ਜਾਂਦਾ ਹੈ? ਤਾਂ ਇਹ ਹੈ ਚੇਤਰ ਮਹੀਨੇ ਦੇ ਵਿੱਚ। ਮਤਲਬ ਜਦੋਂ ਨਵਾਂ ਸਾਲ ਚੜ੍ਹਦਾ ਹੈ ਤਾਂ ਜਿਹੜੀ ਨਵੀਂ ਕਣਕ ਕੱਢੀ ਹੁੰਦੀ ਹੈ ਤਾਂ ਉਸ ਨੂੰ ਵਰਤਣਾ ਚੇਤ ਮਹੀਨੇ ਵਿੱਚ ਸ਼ੁਰੂ ਕੀਤਾ ਜਾਂਦਾ, ਇਸ ਲਈ ਅੰਨ ਨਵਾਂ ਕਰਨਾ ਮੰਨਿਆ ਜਾਂਦਾ ਹੈ। ਅਗਲਾ ਹੈ ਜੀ ਦੇਵੀ ਦੇ ਉਪਾਸਕਾਂ ਵੱਲੋਂ ਚੇਤਰ ਮਹੀਨੇ ਵਿੱਚ ਕਦੋਂ ਕੰਜਕਾਂ ਬਿਠਾਈਆਂ ਜਾਂਦੀਆਂ ਹਨ? ਤਾਂ ਉਸ ਦਾ ਨਾਮ ਹੈ ਜੀ ਚੇਤਰ ਸੁਦੀ 8ਵੀਂ ਨੂੰ। ਅਗਲਾ ਪ੍ਰਸ਼ਨ ਹੈ ਰਾਮ ਨੌਮੀ ਦਾ ਤਿਉਹਾਰ ਕਦੋਂ ਆਉਂਦਾ ਹੈ? ਇਹ ਹੈ ਚੇਤਰ ਸੁਦੀ 9 ਨੂੰ। ਰਾਮ ਨੌਮੀ ਦਾ ਤਿਉਹਾਰ ਕਦੋਂ ਆਉਂਦਾ ਹੈ? ਚੇਤਰ ਸੁਦੀ 9 ਨੂੰ। ਉਧਰ ਵੀ ਨੌਮੀ ਦਾ ਜ਼ਿਕਰ ਆਇਆ ਹੈ, ਉਧਰ ਵੀ 9 ਦਾ ਜ਼ਿਕਰ ਆਇਆ ਹੈ, ਇਹ ਕੋਰਿਲੇਟ ਕਰ ਲਿਓ। ਅੱਗੇ ਹੈ ਚੇਤਰ ਸੁਦੀ 9 ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਰਾਮ ਨੌਮੀ ਦਾ। ਸ਼੍ਰੀ ਰਾਮ ਚੰਦਰ ਜੀ ਦਾ ਜਨਮ ਕਦੋਂ ਹੋਇਆ ਸੀ? ਚੇਤਰ ਸੁਦੀ 9 ਨੂੰ। ਤੀਆਂ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ? ਸਾਵਨ ਦੀ ਤੀਜੀ ਤਿੱਥ ਨੂੰ। ਰੱਖੜੀ ਦਾ ਤਿਉਹਾਰ ਕਦੋਂ ਆਉਂਦਾ ਹੈ? ਸਾਵਨ ਦੀ ਪੂਰਨਮਾਸ਼ੀ ਨੂੰ। ਹੁਣ ਇੱਥੇ ਯਾਦ ਰੱਖ ਲਿਓ ਕਿ ਪੂਰਨਮਾਸ਼ੀ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਨਾਲ ਹੈ, ਤੇ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਭੈਣ ਤੋਂ ਰੱਖੜੀ ਬਣਵਾਈ ਸੀ। ਇਸ ਕਰਕੇ ਜਿਹੜਾ ਹੈਗਾ ਪੂਰਨਮਾਸ਼ੀ ਨੂੰ ਦਿਮਾਗ ਦੇ ਵਿੱਚ ਜ਼ਰੂਰ ਰੱਖ ਲਿਓ, ਸਾਵਨ ਦੀ ਪੂਰਨਮਾਸ਼ੀ। ਅੱਗੇ ਪ੍ਰਸ਼ਨ ਬਣਦਾ ਜੀ ਗੁੱਗਾ ਨੌਮੀ ਦਾ ਤਿਉਹਾਰ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ? ਉਹ ਹੈ ਭਾਦੋਂ ਦੇ ਵਿੱਚ। ਗੁੱਗੇ ਦੇ ਭਗਤ ਗੁੱਗੇ ਦੀ ਪ੍ਰਸੰਨਤਾ ਲਈ ਸੱਪਾਂ ਦੀਆਂ ਖੁੱਡਾਂ ਵਿੱਚ ਕੀ ਪਾਉਂਦੇ ਹਨ? ਉਹ ਹੈ ਜੀ ਕੱਚੀ ਲੱਸੀ। ਕਹਿੰਦੇ ਕੱਚੀ ਲੱਸੀ ਦਾ ਸਿੱਟਾ ਦਿੱਤਾ ਜਾਵੇ। ਜੇ ਘਰ ਦੇ ਵਿੱਚ ਸੱਪ ਦਿਖਦਾ ਤਾਂ ਦੁੱਧ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਦਾ ਸਿੱਟਾ ਘਰ ਦੇ ਵਿੱਚ ਦਿੱਤਾ ਜਾਵੇ ਤਾਂ ਕਹਿੰਦੇ ਕਿ ਸੱਪ ਜਿਹੜੇ ਹੈਗੇ ਨੇ ਉਹ ਦੂਰ ਚਲੇ ਜਾਂਦੇ ਨੇ। ਇਸ ਲਈ ਕਰਕੇ ਕੱਚੀ ਲੱਸੀ ਜਿਹੜੀ ਹੈ ਉਹਨਾਂ ਦੀਆਂ ਖੁੱਡਾਂ ਦੇ ਵਿੱਚ ਪਾਈ ਜਾਂਦੀ ਹੈ। ਗੁੱਗਾ ਨੌਮੀ ਦੇ ਤਿਉਹਾਰ ਤੇ ਘਰਾਂ ਵਿੱਚ ਕੀ ਰਿੰਨਿਆਂ ਜਾਂ ਕੀ ਬਣਾਇਆ ਜਾਂਦਾ ਹੈ? ਤਾਂ ਉਹ ਹੈ ਮਿੱਠੀਆਂ ਸੇਵੀਆਂ। ਮਿੱਠੀਆਂ ਸੇਵੀਆਂ ਜਿਹੜੀਆਂ ਬਣਾ ਕੇ ਉਹ ਖਾਧੀਆਂ ਜਾਂਦੀਆਂ ਨੇ। ਅਗਲਾ ਪ੍ਰਸ਼ਨ ਹੈ ਜੀ ਜਨਮ ਅਸ਼ਟਮੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ? ਭਾਦੋਂ ਮਹੀਨੇ ਦੀ ਕ੍ਰਿਸ਼ਨਾ ਪੱਖ ਦੀ 8ਵੀਂ ਨੂੰ। ਅਗਲਾ ਪ੍ਰਸ਼ਨ ਹੈ ਜੀ ਜਨਮ ਅਸ਼ਟਮੀ ਦਾ ਸੰਬੰਧ ਕਿਸ ਦੇ ਅਵਤਾਰ ਧਾਰਨ ਨਾਲ ਸੰਬੰਧਿਤ ਹੈ? ਉਹ ਹੈ ਜੀ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ।
ਅੱਗੇ ਹੈ ਸ਼ਰਾਧਾਂ ਦਾ ਸੰਬੰਧ ਕਿਸ ਦੇਸੀ ਮਹੀਨੇ ਨਾਲ ਹੈ, ਉਹ ਹੈ ਅੱਸੂ। ਅੱਸੂ ਮਹੀਨੇ ਦੇ ਵਿੱਚ ਜਿਹੜੇ ਸ਼ਰਾਧ ਕੀਤੇ ਜਾਂਦੇ ਨੇ, ਜਿਹੜੇ ਸਾਡੇ ਪੂਰਵਜ ਮਰ ਚੁੱਕੇ ਨੇ, ਤਾਂ ਉਹਨਾਂ ਨੂੰ ਖੁਸ਼ ਰੱਖਣ ਵਾਸਤੇ, ਉਹਨਾਂ ਨੂੰ ਯਾਦ ਕਰਕੇ ਜਿਹੜੇ ਸ਼ਰਾਧ ਕੀਤੇ ਜਾਂਦੇ ਨੇ, ਉਹ ਉਹਨਾਂ ਦਾ ਮਹੀਨਾ ਜਿਹੜਾ ਹੁੰਦਾ ਹੈ ਉਹ ਅੱਸੂ ਦਾ ਮਹੀਨਾ ਹੁੰਦਾ ਹੈ। ਅੱਗੇ ਹੈ ਜੀ ਅੱਸੂ ਮਹੀਨੇ ਦੇ ਹਨੇਰੇ ਪੱਖ ਵਿੱਚ ਕਿੰਨੀਆਂ ਤਿੱਥਾਂ ਨੂੰ ਸ਼ਰਾਧ ਕੀਤੇ ਜਾਂਦੇ ਹਨ, ਤੇ ਉਹ 15, ਕਿਉਂਕਿ ਸ਼ਰਾਧ ਵੀ ਮੇਰੇ ਖਿਆਲ 'ਚ 15 ਹੁੰਦੇ, ਤੇ 15 ਤਿੱਥਾਂ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ। ਅੱਸੂ ਮਹੀਨੇ ਦੇ ਨਰਾਤੇ ਕਦੋਂ ਅਤੇ ਕਦੋਂ ਤੱਕ ਹੁੰਦੇ ਨੇ? ਚਾਨਣ ਪੱਖ ਦੀ ਏਕਮ ਤੋਂ 9ਵੀਂ ਤਿੱਥ ਤੱਕ। ਅਗਲਾ ਪ੍ਰਸ਼ਨ ਹੈ ਜੀ, ਅੱਸੂ ਮਹੀਨੇ ਵਿੱਚ ਮਨਾਏ ਜਾਂਦੇ ਨਰਾਤਿਆਂ ਵਿੱਚ ਕਿਸ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ? ਉਹ ਮਾਤਾ ਗੌਰਜਾ ਅਤੇ ਸਾਂਝੀ ਮਾਈ ਦੀ ਪੂਜਾ ਹੁੰਦੀ ਹੈ। ਕਿਹੜੇ ਨਰਾਤੇ ਕੁੜੀਆਂ ਘਰ ਦੀ ਕਿਸੇ ਨੁੱਕਰੇ ਜਾਂ ਕੋਰੇ ਕੁੱਜੇ ਵਿੱਚ ਜੌਂ ਬੀਜਦੀਆਂ ਹਨ? ਤਾਂ ਉਹ ਹੈ ਜੀ ਪਹਿਲੇ ਨਰਾਤੇ ਦੇ ਵਿੱਚ ਹੀ ਜਿਹੜੇ ਹੈਗੇ ਆ ਇਹ ਜੌਂ ਬੀਜੇ ਜਾਂਦੇ ਆ। ਖੇਤਰੀ ਜਾਂ ਗੌਰਜਾ ਦੀ ਖੇਤੀ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਘਰ ਦੀ ਕਿਸੇ ਨੁੱਕਰੇ ਜਾਂ ਕੋਰੇ ਕੁੱਜੇ ਵਿੱਚ ਜੌਂ ਬੀਜਣ ਨੂੰ ਜਿਹੜਾ ਹੈਗਾ ਗੌਰਜਾ ਦੀ ਖੇਤੀ ਜਾਂ ਫਿਰ ਖੇਤਰੀ ਕਿਹਾ ਜਾਂਦਾ ਹੈ। ਜਦੋਂ ਆਪਣੇ ਵਰਤ ਪੂਰੇ ਹੋ ਜਾਂਦੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ, ਤਾਂ ਇਹ ਖੇਤਰੀ ਮੰਨੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ ਜੀ, ਕਿਸ ਦਿਨ ਤੱਕ ਖੇਤਰੀ ਜਾਂ ਗੌਰਜਾ ਦੀ ਖੇਤੀ ਵਿੱਚੋਂ ਜੌਂ ਦੇ ਬੁੱਬਲ ਨਿਕਲ ਆਉਂਦੇ ਹਨ? ਮਤਲਬ ਕਿ ਜਿਹੜੇ ਆਪਾਂ ਜੌਂ ਦੇ ਦਾਣੇ ਬੀਜੇ ਹੁੰਦੇ ਹਨ ਤਾਂ ਉਹ ਫੁੱਟਣੇ ਸ਼ੁਰੂ ਹੋ ਜਾਂਦੇ ਨੇ, ਤੇ ਉਹ ਦੁਸ਼ਹਿਰੇ ਵਾਲੇ ਦਿਨ ਤੱਕ। ਅੱਗੇ ਸਾਂਝੀ ਦੇਵੀ ਦੀ ਪੂਜਾ ਕਦੋਂ ਕੀਤੀ ਜਾਂਦੀ ਹੈ? ਉਹ ਨਰਾਤਿਆਂ ਦੇ ਵਿੱਚ ਕੀਤੀ ਜਾਂਦੀ ਹੈ। ਪਹਿਲੇ ਨਰਾਤੇ ਨੂੰ ਘਰ ਦੀ ਕਿਸੇ ਕੰਧ ਤੇ ਕਿਸ ਦੇਵੀ ਦੀ ਮੂਰਤੀ ਬਣਾਈ ਜਾਂਦੀ ਹੈ? ਤਾਂ ਸਾਂਝੀ ਮਾਈ ਦੀ ਮੂਰਤੀ ਜਿਹੜੀ ਹੈਗੀ ਉਹ ਕੰਧ ਤੇ ਬਣਾਈ ਜਾਂਦੀ ਹੈ। ਅੱਜ ਸਮੇਂ ਦੇ ਵਿੱਚ ਤਾਂ ਬਹੁਤ ਘੱਟ ਬਣਾਈ ਜਾਂਦੀ, ਜਦੋਂ ਪੁਰਾਣੇ ਸਮੇਂ ਦੇ ਵਿੱਚ ਕੱਚੇ ਘਰ ਹੁੰਦੇ ਸੀ ਤਾਂ ਇਹ ਹਰ ਘਰ ਦੇ ਵਿੱਚ ਬਣਾਈ ਜਾਂਦੀ ਸੀ। ਅੱਗੇ ਹੈ ਨਰਾਤਿਆਂ ਦੇ ਦਿਨਾਂ ਵਿੱਚ ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਕਿਸ ਸਮੇਂ ਕੀਤੀ ਜਾਂਦੀ ਹੈ? ਤਾਂ ਉਹ ਹੈ ਸ਼ਾਮ ਵੇਲੇ। ਸਾਂਝੀ ਮਾਈ ਦੀ ਮੂਰਤੀ ਕਿਸ ਦਿਨ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ ਜਲ ਪ੍ਰਵਾਹ ਕੀਤੀ ਜਾਂਦੀ ਸੀ? ਉਹ ਹੈ ਦੁਸ਼ਹਿਰੇ ਵਾਲੇ ਦਿਨ। ਸਾਂਝੀ ਮਾਈ ਦੀ ਮੂਰਤੀ ਦੁਸ਼ਹਿਰੇ ਵਾਲੇ ਦਿਨ ਕਿਸ ਵੇਲੇ ਜਲ ਪ੍ਰਵਾਹ ਕੀਤੀ ਜਾਂਦੀ ਸੀ? ਤਾਂ ਉਹ ਹੈ ਸਰਗੀ ਵੇਲੇ। ਅਗਲਾ ਪ੍ਰਸ਼ਨ ਹੈ ਜੀ, ਪੰਜਾਬ ਦਾ ਸਭ ਤੋਂ ਵੱਡਾ ਲੋਕ ਨਾਟ ਰਾਮ ਲੀਲਾ ਕਦੋਂ ਖੇਡਿਆ ਜਾਂਦਾ ਹੈ? ਇਹ ਹੈ ਨਰਾਤਿਆਂ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਅੱਸੂ ਮਹੀਨੇ ਦੇ ਚਾਨਣ ਪੱਖ ਦੀ 10ਵੀਂ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਦੁਸ਼ਹਿਰਾ। ਹੁਣ ਦੁਸ਼ਹਿਰਾ ਕਿਹੜੇ ਮਹੀਨੇ ਆਉਂਦਾ ਹੈ? ਅੱਸੂ ਦੇ ਮਹੀਨੇ ਹੀ। ਅੱਸੂ ਦੇ ਮਹੀਨੇ ਸ਼ਰਾਧ ਪੂਜੇ ਜਾਂਦੇ ਹਨ। ਸ਼ਰਾਧਾਂ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ ਹੈਗਾ ਨਰਾਤੇ, 9 ਨਰਾਤੇ ਤੇ 10ਵਾਂ ਦੁਸ਼ਹਿਰਾ ਮੰਨਿਆ ਜਾਂਦਾ ਹੈ। ਸਰਦੀ ਦੀ ਰੁੱਤ ਵਿੱਚ ਕਿਸ ਦੇਸੀ ਮਹੀਨੇ ਤੋਂ ਸ਼ੁਰੂ ਹੁੰਦੀ ਹੈ? ਤਾਂ ਉਹ ਹੈ ਕੱਤਕ ਤੋਂ। ਕੱਤਕ ਮਹੀਨੇ ਦੇ ਵਿੱਚ ਜਿਹੜੀ ਹੈਗੀ ਦੇਸੀ ਮਹੀਨੇ ਤੋਂ ਜਿਹੜੀ ਹੈ ਉਹ ਸਰਦੀ ਸ਼ੁਰੂ ਹੋ ਜਾਂਦੀ ਹੈ। ਸਭ ਤੋਂ ਵੱਡੇ ਉਤਸਵ ਕਿਸ ਦੇਸੀ ਮਹੀਨੇ ਵਿੱਚ ਮਨਾਏ ਜਾਂਦੇ ਹਨ? ਉਹ ਹੈ ਕੱਤਕ ਦੇ ਮਹੀਨੇ ਦੇ ਵਿੱਚ। ਇਸ ਤੋਂ ਅੱਗੇ ਜੀ, ਕਿਸ ਦੇਸੀ ਮਹੀਨੇ ਦੀ ਪੂਰਨਮਾਸ਼ੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਾਂ ਪ੍ਰਕਾਸ਼ ਉਤਸਵ ਮਨਾਇਆ ਜਾਂਦਾ ਹੈ? ਉਹ ਹੈ ਕੱਤਕ ਦੀ ਪੂਰਨਮਾਸ਼ੀ ਨੂੰ। ਕੱਤਕ ਮਹੀਨੇ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਉਹ ਹੈ ਜੀ ਕਰਵਾ ਚੌਥ। ਕਿਸ ਪੁਰਬ ਤਿਉਹਾਰ ਤੇ ਸੁਹਾਗਣਾ ਨਿਰਜਲ ਵਰਤ ਰੱਖ ਕੇ ਆਪਣੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਨੇ? ਉਹ ਹੈ ਜੀ ਕਰਵਾ ਚੌਥ। ਹੁਣ ਦੇਖੋ, ਕੱਤਕ ਦੇ ਮਹੀਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਹੈ ਤੇ ਕੱਤਕ ਦੇ ਮਹੀਨੇ ਹੀ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੱਗੇ ਹੈ ਅਹੋਈ ਦੇਵੀ ਦੀ ਪੂਜਾ ਕਿਸ ਦਿਨ ਕੀਤੀ ਜਾਂਦੀ ਹੈ? ਤਾਂ ਕੱਤਕ ਮਹੀਨੇ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ ਜਿਹੜੀ ਹੈਗੀ ਹੈ ਇਹ ਅਹੋਈ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਦੀਵਾਲੀ ਦਾ ਤਿਉਹਾਰ ਕਿਸ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ? ਇਹ ਵੀ ਕੱਤਕ ਦੇ ਮਹੀਨੇ ਵਿੱਚ ਹੀ ਮਨਾਇਆ ਜਾਂਦਾ ਹੈ। ਲక్ష్ਮੀ ਦੇਵੀ ਦਾ ਵਾਹਨ ਕਿਹੜਾ ਹੈ? ਤਾਂ ਉਹਨਾਂ ਦਾ ਵਾਹਨ ਹੈ ਮੋਰ। ਦੀਵਾਲੀ ਦੀ ਰਾਤ ਕਿਸ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ? ਤਾਂ ਉਹ ਹੈ ਲక్ష్ਮੀ ਦੇਵੀ ਦੀ। ਅੰਮ੍ਰਿਤਸਰ ਵਿੱਚ ਦੀਵਾਲੀ ਦਾ ਮੁੱਢ ਕਦੋਂ ਤੋਂ ਬੱਝਾ? ਤਾਂ ਉਹ ਹੈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਜਿਹੜਾ ਹੈਗਾ ਦੀਵਾਲੀ ਦਾ ਮੁੱਢ ਬੱਝਾ। ਸ਼੍ਰੀ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲੇ ਤੋਂ ਕਿੰਨੇ ਰਾਜਿਆਂ ਨੂੰ ਬੰਦੀ ਤੋਂ ਛੁਡਵਾ ਕੇ ਦੀਵਾਲੀ ਦੇ ਵਾਲੇ ਦਿਨ ਵਾਪਸ ਪੁੱਜੇ ਸੀ? ਉਹ ਸੀ 52 ਰਾਜੇ। ਕਿਉਂਕਿ ਗੁਰੂ ਹਰਗੋਬਿੰਦ ਜੀ ਨੇ ਜਦੋਂ ਉਹਨਾਂ ਨੂੰ ਜੇਲ੍ਹ 'ਚ ਛੱਡਣ ਲੱਗੇ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੇ ਨਾਲ ਜਿਹੜੇ ਹੈਗੇ ਜਿੰਨੇ ਵੀ ਉਹ ਜਿਨ੍ਹਾਂ ਨੇ ਉਹਨੂੰ ਕੈਦ ਕੀਤਾ ਸੀ, ਉਹ ਕਹਿੰਦੇ ਜਿੰਨੇ ਵੀ ਤੇਰਾ ਕੱਪੜੇ ਦਾ ਲੜ ਫੜ ਕੇ ਜਾਂ ਤੈਨੂੰ ਫੜ ਕੇ ਲੋਕ ਬਾਹਰ ਆ ਜਾਣਗੇ, ਮੈਂ ਉਹਨਾਂ ਨੂੰ ਰਿਹਾ ਕਰ ਦਾਂ। ਤਾਂ ਫਿਰ ਉਹਨਾਂ ਨੇ ਇੱਕ 52 ਕਲੀਆਂ ਵਾਲਾ ਜਿਹੜਾ ਹੈਗਾ ਪਹਿਰਾਵਾ ਬਣਵਾਇਆ ਸੀ,
ਜਿਨ੍ਹਾਂ ਦੀ ਹਰ ਇੱਕ ਕਲੀ ਨੂੰ ਫੜ ਕੇ 52 ਲੋਕ ਜਿਹੜੇ ਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਸੀ ਤੇ ਇਹਨਾਂ ਨੇ 52 ਜਿਹੜੇ ਹੈਗੇ ਉਹਨਾਂ ਨੂੰ ਰਾਜਿਆਂ ਨੂੰ ਰਿਹਾ ਕਰਵਾਇਆ ਸੀ। ਅੱਗੇ ਹੈ ਪੋਹ ਮਹੀਨੇ ਦੇ ਅਖੀਰਲੇ ਦਿਨ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸੁੰਦਰ ਮੁੰਦਰੀਏ ਗੀਤ ਕਿਸ ਦੇ ਜੀਵਨ ਦੀ ਇੱਕ ਘਟਨਾ ਵੱਲ ਸੰਕੇਤ ਕਰਦਾ ਹੈ? ਉਹ ਹੈ ਦੁੱਲੇ ਭੱਟੀ। ਲੋਹੜੀ ਤੋਂ ਅਗਲੇ ਦਿਨ ਕਿਹੜਾ ਤਿਉਹਾਰ ਆਉਂਦਾ ਹੈ? ਮਾਘੀ ਜਾਂ ਮਕਰ ਸੰਕ੍ਰਾਂਤੀ। ਸ਼ਿਵਰਾਤਰੀ ਦਾ ਪੁਰਬ ਕਦੋਂ ਮਨਾਇਆ ਜਾਂਦਾ ਹੈ? ਫੱਗਣ ਦੀ ਮੱਸਿਆ ਨੂੰ। ਠੀਕ ਹੈ ਜੀ, ਇਸ ਕਰਕੇ ਜਿਹੜਾ ਹੈਗੇ ਇਹ ਸਾਰੇ ਜਿਹੜੇ ਸ਼ਾਰਟ ਕੁਐਸਚਨ ਪੂਰੇ ਹੁੰਦੇ ਆ ਤੇ ਕੋਸ਼ਿਸ਼ ਕਰਾਂਗੇ ਇਹਨਾਂ ਤੋਂ ਜਿਹੜੇ ਕੁਝ ਕੁ ਰਹਿੰਦੇ ਪੱਖ ਜਿਹੜੇ ਆਪਾਂ ਅਗਲੀ ਵੀਡੀਓ ਦੇ ਵਿੱਚ ਕਲੀਅਰ ਕਰ ਲਈਏ। ਤਾਂ ਇੱਥੇ ਜਿਹੜਾ ਹੈਗਾ ਆਪਣਾ ਮੇਲੇ ਤੇ ਤਿਉਹਾਰ ਚੈਪਟਰ ਪੂਰਾ ਹੁੰਦਾ।